ਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। जोग न भगवी कपड़ी, जोग न मैले वेश, नानक घर बैठिया जोग पाईऐ, सतगुर कै उपदेश। जोग ना भगवी कपड़ी, जोग ना मैले वेश, नानक घर बैठिया जोग पाईऐ, सतगुर कै उपदेश। जुगो जुग अटल चबर छतर तख्त वक्त दे मालिक, हलत पलत सवार दिनहार गरीब निवास, शब्द गुरु धन गुरु ग्रंथ साहब पातशाह जी दी पावन पवित्र निੱਘੀ ਗੋਦ ਦੇ ਅੰਦਰ ਔਰ ਆਪੋ ਆਪਣੇ ਘਰਾਂ ਦੇ ਵਿੱਚ ਪਾਵਨ ਗੁਰਬਾਣੀ ਦੇ ਨਾਲ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਤ ਸੰਗੀ ਜਨੋ, ਆਓ ਦਾਤੇ ਦੀ ਪਾਵਨ ਗੁਰਬਾਣੀ ਨੂੰ ਸਤਿਗੁਰਾਂ ਜੀ ਦੇ ਦਿੱਤੇ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ। ਅੱਜ ਦਾ 64 ਨੰਬਰ ਸ਼ਲੋਕ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਬਹੁਤ ਸੋਹਣਾ ਜੋ ਪੱਖ ਵਿਚਾਰ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਅੱਜ ਦੇ ਸ਼ਲੋਕ ਦੇ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਨੇ। आओ रल मिल के विचारण का यतन करिए। सो बेनती है भाई सरबत संगतां नूं कि जिन्ना भी भाई समा हो सकता है जरूर समय चो समा कढ़ के भाई गुरदरबार विच हाज़री भरिया करो, तां जो सतगुरां जी दी पावन गुरबाणी दे नाल असीं अपने धुरे दे नाल जुड़े रहीए। ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਜਾਣਾ ਸਿਰਫ ਇਹ ਨਹੀਂ ਹੁੰਦਾ ਕਿ ਸੰਧਿਆ ਉੱਠਿਆਂ ਤਾਂ ਗੁਰਦੁਆਰੇ ਜਾਣਾ, ਬੜੇ ਹੋਰ ਵੀ ਫਾਇਦੇ ਨੇ ਟਾਈਮ ਨਾਲ ਉੱਠਣ ਦੇ, ਬਹੁਤ ਫਾਇਦੇ ਨੇ ਟਾਈਮ ਨਾਲ ਉੱਠਣ ਦੇ, ਬਹੁਤ ਫਾਇਦੇ ਨੇ। ਇਸ ਲਈ ਸਾਨੂੰ ਸਵੇਰੇ ਸਵਖਤੇ ਜਲਦੀ ਕਹਿ ਲਓ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ, ਚੰਗੀ ਹੈ। ਸਰੀਰ ਨੂੰ ਵੀ ਪਤਾ ਲੱਗਦਾ ਜਿੱਦਣ ਬੰਦਾ ਸਵੇਰੇ ਜਲਦੀ ਉੱਠਿਆ ਹੋਵੇ ਨਾ ਤੇ ਸਰੀਰ ਇੱਦਾਂ ਚੁਸਤ ਰਹਿੰਦਾ ਹੈ, ਤੇ ਜੇ ਕਿਤੇ ਲੇਟ ਹੋ ਗਏ 7-8 ਵਜੇ ਉੱਠਿਆ ਬੰਦਾ ਸਾਰਾ ਦਿਨ ਬਸ ਇੱਦਾਂ ਹੀ ਡਿੱਗਿਆ ਰਹਿੰਦਾ, ਬਸ ਸੁਸਤ ਜਾ। ਤੇ ਸਵੇਰੇ ਉੱਠਾਂਗੇ ਬੰਦਾ ਉੱਠਦਾ ਹੈ, ਚੰਗਾ ਵਾਤਾਵਰਨ ਮਾਹੌਲ ਹੈ, ਗੇੜਾ ਦੇ ਲਿਆ ਜਾਂ ਗੁਰਦੁਆਰੇ ਤੱਕ ਤੁਰ ਕੇ ਆ ਗਏ, ਵਧੀਆ ਰਹਿੰਦਾ। ਤੇ ਆਓ ਆਪਾਂ ਅਗਲੇਰੀਆਂ ਵਿਚਾਰਾਂ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਮਝਣ ਦਾ ਯਤਨ ਕਰੀਏ। ਜਿੰਨੀਆਂ ਵੀ ਸੰਗਤਾਂ ਜੁੜ ਮਿਲ ਬੈਠੀਆਂ ਨੇ ਲਵਾਈਏ ਹਾਜ਼ਰੀ। ਇੱਕੇ ਵਾਰ ਕਹਿਣ ਤੇ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਅੱਜ ਦਾ ਜੋ ਪਾਵਨ ਉਪਦੇਸ਼ ਹੈ ਇਹਦੇ ਵਿੱਚ ਸਾਨੂੰ ਜੋਗੀ ਬਣਨਾ ਸਿਖਾ ਰਹੇ ਨੇ। ਜੋਗ ਦਾ ਮਤਲਬ ਹੁੰਦਾ ਹੈ ਮਿਲਾਪ, ਤੇ ਜੋਗੀ ਦਾ ਮਤਲਬ ਹੁੰਦਾ ਹੈ ਜਿਹੜਾ ਮਿਲਾਪ ਦੇ ਲਈ ਤੁਰਿਆ ਏ। ਜੋਗ ਮਤਲਬ ਮਿਲ ਜਾਣਾ, ਜੋਗੀ ਉਹਨੂੰ ਕਿਹਾ ਜਾਂਦਾ ਏ ਜਿਹੜਾ ਉਸ ਰਸਤੇ ਤੇ ਤੁਰਿਆ ਏ, ਮਿਲਾਪ ਵਾਸਤੇ ਤੁਰਿਆ ਏ। ਤੇ ਆਪਾਂ ਗੁਰਬਾਣੀ ਦੇ ਚਾਨਣ ਦੇ ਵਿੱਚ, ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਸਮਝਣਾ ਹੈ ਕਿ ਜੋਗੀ ਕਹਿੰਦੇ ਕਿਹਨੂੰ ਨੇ, ਜੋਗ ਅਸਲ ਕਮਾਇਆ ਕਿਹਨੇ। ਤੇ ਦੁਨਿਆਵੀ ਜੋ ਢੰਗ ਤਰੀਕੇ ਨੇ, ਦੁਨਿਆਵੀ ਲਿਬਾਸ ਨੇ, ਜਿਹੜੇ ਸਿਰਫ ਆਪਾਂ ਇੱਕ ਦਾਇਰੇ ਤੱਕ ਸੀਮਤ ਰੱਖ ਦਿੱਤੇ। ਗੁਰੂ ਨਾਨਕ ਸਾਹਿਬ ਤੇ ਹੋਰਾਂ ਸਤਿਗੁਰਾਂ ਦੀ ਬਾਣੀ ਜਾਂ ਅੱਜ ਦਾ ਜੋ ਪਾਵਨ ਉਪਦੇਸ਼ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ, ਉਹਨਾਂ ਕਰਮ ਕਾਂਡਾਂ ਤੇ ਵੀ ਬੜੀ ਕਰਾਰੀ ਚੋਟ ਮਾਰਦਾ ਹੈ। ਸਭ ਤੋਂ ਪਹਿਲੀ ਗੱਲ ਗੁਰਦੇਵ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਆਖਦੇ ਆ, ਕਿਉਂਕਿ ਦੁਨੀਆ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਵੇਖ ਕੇ ਅੰਦਾਜ਼ਾ ਲਾਉਂਦੇ ਹਾਂ ਕਿ ਇਹ ਬੰਦੇ ਨੇ ਗੇਰੂਏ ਕੱਪੜੇ ਪਾਏ ਨੇ, ਭਗਵਾਂ ਜਿਹਾ ਰੰਗ ਪਾਇਆ ਹੋਇਆ ਹੈ, ਇਹ ਸਾਧੂ ਹੈ, ਇਹ ਜੋਗੀ ਹੈ। ਪੱਕੀ ਗੱਲ ਹੈ ਕਿ ਉਹ ਜੋਗੀ ਹੋਵੇਗਾ, ਕਿਉਂਕਿ ਵਰਦੀ ਦੇ ਨਾਲ ਤਾਂ ਨਹੀਂ ਬਣਿਆ ਜਾਂਦਾ, ਤਨ ਦੇ ਉੱਤੇ ਸਿਰਫ ਕੱਪੜੇ ਪਾਉਣ ਦੇ ਨਾਲ ਥੋੜ੍ਹੀ ਬਣਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਜੋਗ ਨਾ ਭਗਵੀਂ ਕੱਪੜੀ, ਭਗਵੇਂ ਕੱਪੜੇ ਪਾ ਕੇ ਜੋਗ ਨਹੀਂ ਮਿਲਦਾ, ਮਿਲਾਪ ਨਹੀਂ ਹੋ ਜਾਂਦਾ ਉਸ ਰੱਬ ਦੇ ਨਾਲ। ਅੱਗੇ ਕਹਿੰਦੇ ਜੋਗ ਨਾ ਮੈਲੇ ਵੇਸ, ਮੈਲਾ ਵੇਸ ਧਾਰਨ ਕਰਕੇ ਭਾਵ ਦੇਖਣ 'ਚ ਲੱਗੇ ਕਿ ਬੜਾ ਬੰਦਾ ਗਰੀਬ ਹੈ, ਮੈਲੇ ਜੇ ਕੱਪੜੇ ਨੇ, ਇਹ ਬੰਦਾ ਜੋਗੀ ਹੈ। ਤੇ ਸਤਿਗੁਰੂ ਜੀ ਕਹਿ ਰਹੇ ਨੇ ਜੋਗ ਨਾ ਭਗਵੀਂ ਕੱਪੜੀ, ਭਗਵੇਂ ਕੱਪੜਿਆਂ ਦੇ ਨਾਲ, ਗੇਰੂਏ ਰੰਗ ਦੇ ਕੱਪੜਿਆਂ ਦੇ ਨਾਲ, ਇਸ ਪਹਿਰਾਵੇ ਦੇ ਨਾਲ ਜੋਗ ਨਹੀਂ ਮਿਲ ਸਕਦਾ ਤੈਨੂੰ, ਤੇਰਾ ਮਿਲਾਪ ਨਹੀਂ ਹੋ ਸਕਦਾ ਸਿਰਫ ਕੱਪੜਿਆਂ ਦੇ ਨਾਲ। ਕਿ ਤੂੰ ਪਹਿਨ ਲਵੇਂ ਗੇਰੂਏ ਕੱਪੜੇ ਕਿ ਜੋਗੀ ਬਣ ਗਿਆ, ਨਹੀਂ। ਮੈਲਾ ਵੇਸ ਪਾ ਲਵੇਂ, ਮੈਲ ਖੋਰੇ ਜੇ ਕੱਪੜੇ ਪਾ ਲਵੇਂ, ਪਾਟੇ ਲੀੜੇ ਪਾ ਲਵੇਂ ਤੇ ਜੋਗੀ ਬਣ ਗਿਆ, ਨਹੀਂ। ਇਵੇਂ ਨਹੀਂ, ਸਤਿਗੁਰੂ ਉਹਨੂੰ ਵਿਖਾਵਾ ਕਹਿੰਦੇ ਨੇ, ਵਿਖਾਵਾ ਕਹਿੰਦੇ ਨੇ। ਕਿਉਂਕਿ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ ਬੰਦਿਆਂ ਨੇ ਧਾਰਮਿਕ ਲਿਬਾਸ ਨੂੰ ਵੀ ਨਿਸ਼ਚਿਤ ਕਰ ਦਿੱਤਾ। ਲੋਕ ਧਾਰਮਿਕ ਲਿਬਾਸ ਪਹਿਨੇ ਵਾਲੇ ਨੂੰ, ਜੇ ਕਿਸੇ ਦੇ ਚੋਲਾ ਪਾਇਆ ਹੈ, ਕਿਰਪਾਨ ਪਹਿਨੀ ਹੈ, ਇੱਕ ਹੱਥ ਵਿੱਚ ਫੜੀ ਹੈ, ਵੱਡਾ ਸਿਰ 'ਤੇ ਦਮਾਲਾ ਬੰਨੇ, ਅਗਲਾ ਵੇਖ ਕੇ ਬਸ ਦਿਮਾਗ ਵਿੱਚ ਇਹ ਮਹਾਂਪੁਰਸ਼ ਨੇ, ਇਹ ਸੰਤ ਨੇ, ਇਹ ਭਗਤ ਨੇ, ਲਫ਼ਜ਼ ਨਿਕਲਦਾ ਹੈ। ਹੁਣ ਕੀ ਪਤਾ ਕਿ ਉਹ ਸੱਚੀ ਹੋਈ ਸੰਤ ਨੇ। ਇੱਕ ਵਰਦੀ ਥੋੜ੍ਹੀ ਨਿਸ਼ਚਿਤ ਹੈ ਸੰਤ ਦੇ। ਹੁਣ ਦੇਖੋ ਦੁਨੀਆ ਦੇ ਵਿੱਚ ਹਰੇਕ ਵਿਸ਼ੇ ਦੇ ਵਿੱਚ ਬੱਚਿਆਂ ਦੀ ਵਰਦੀ ਅਲੱਗ ਹੈ। ਕਈ ਸਕੂਲਾਂ ਵਿੱਚ ਟੀਚਰਾਂ ਦੀ ਵਰਦੀ ਆ, ਡਾਕਟਰ ਦੀ ਵਰਦੀ ਆ, ਵਕੀਲ ਦੀ ਵਰਦੀ ਹੈ। ਦੇਖ ਕੇ ਪਤਾ ਲੱਗਦਾ ਹੈ ਭਾਈ ਇਹ ਵਕੀਲ ਹੈ, ਇਹ ਵਕੀਲ ਹੈ, ਇਹ ਡਾਕਟਰ ਹੈ, ਇਹਦੀ ਵਰਦੀ ਵਾਈਟ ਹੈ, ਵਕੀਲ ਦੀ ਕਾਲੀ ਹੈ। ਆਹ ਬੱਚਿਆਂ ਦੀ ਸਕੂਲੀ ਡਰੈਸ ਹੈ, ਆਹ ਡਰਾਈਵਰ ਦੀ, ਆਹ ਕੰਡਕਟਰ ਦੀ ਆਹ ਵਰਦੀ ਹੈ, ਆਹ ਕੰਮ ਕਰਨ ਵਾਲੇ ਦੀ, ਆਹ ਮਜ਼ਦੂਰ ਦੀ ਵਰਦੀ ਹੈ।
ਹੁਣ ਪਤਾ ਹੈ ਕਿ ਜਿਹੜਾ ਵਕੀਲ ਹੈ ਉਹਦੀ ਮਹਾਰਤ ਹੈ ਵਕਾਲਤ ਦੇ ਵਿੱਚ, ਤਾਂ ਵਰਦੀ ਉਹਨੇ ਪਾਈ ਹੈ। ਤੁਹਾਨੂੰ ਪਤਾ ਹੈ ਉਹਦੇ ਵਾਲਾ ਕੰਮ ਡਾਕਟਰ ਨਹੀਂ ਕਰ ਸਕਦਾ। ਡਾਕਟਰ ਨੇ ਵਰਦੀ ਤਾਂ ਪਾਈ ਹੈ ਕਿਉਂਕਿ ਉਹ ਡਾਕਟਰ ਹੈ, ਉਹ ਇਲਾਜ ਕਰਦਾ ਹੈ, ਤਾਂ ਹੀ ਪਾਈ ਦਾ ਫਾਇਦਾ ਨਾ। ਹੁਣ ਵਕੀਲ ਡਾਕਟਰ ਵਾਲਾ ਕੰਮ ਨਹੀਂ ਕਰ ਸਕਦਾ ਅਤੇ ਡਾਕਟਰ ਵਕੀਲ ਵਾਲਾ ਕੰਮ ਨਹੀਂ ਕਰ ਸਕਦਾ। ਆਪੋ ਆਪਣੇ ਕੰਮ ਦੇ ਵਿੱਚ ਮਹਾਰਤ ਹੈ ਉਹਨਾਂ ਦੀ। ਹੋ ਸਕਦਾ ਕਿ ਵਕੀਲ ਜੇ ਬਿਮਾਰ ਹੁੰਦਾ ਤਾਂ ਡਾਕਟਰ ਕੋਲ ਜਾਣਾ ਪਵੇ, ਜੇ ਕਿਤੇ ਡਾਕਟਰ ਨੂੰ ਲੋੜ ਪਈ ਹੈ ਤਾਂ ਖੌਰੇ ਵਕੀਲ ਦੀ ਲੋੜ ਪੈ ਜਾਵੇ ਉਹਨੂੰ। ਉਹਨਾਂ ਦੀ ਮਹਾਰਤ ਹੈ ਨਾ ਕੰਮ ਦੇ। ਹੁਣ ਇੱਥੇ ਪੇਸ਼ ਕੀਤਾ ਕਿ ਜਿਹੜੇ ਨੇ ਆਹ ਵਰਦੀ ਪਾਈ ਹੈ ਇਹ ਬੰਦੇ ਰੱਬ ਨੂੰ ਮਿਲੇ ਹੋਏ ਨੇ, ਜਿਨ੍ਹਾਂ ਨੇ ਚਿੱਟਾ ਲਿਬਾਸ ਪਾ ਲਿਆ, ਭਗਵਾਂ ਕੱਪੜਾ ਪਾ ਲਿਆ, ਕਿ ਇਹ ਰੱਬ ਨੂੰ ਮਿਲੇ ਹੋਏ ਨੇ। ਕੀ ਸਿਰਫ ਉਹਨਾਂ ਦਾ ਰੱਬ ਹੋ ਗਿਆ? ਕਿਉਂਕਿ ਡਾਕਟਰ ਦਾ ਆਪਣਾ ਕੰਮ ਹੈ, ਵਕੀਲ ਦਾ ਆਪਣਾ ਕੰਮ ਹੈ, ਟੀਚਰ ਦਾ ਆਪਣਾ ਕੰਮ ਹੈ, ਪਰ ਆਮ ਕੰਮ ਤਾਂ ਸਾਂਝਾ ਸੀ ਨਾ। ਇਹ ਸਿਰਫ ਖਾਸ ਖਿੱਤੇ ਵਾਲਿਆਂ ਦੇ ਲਈ, ਕਿਸੇ ਖਾਸ ਬੰਦਿਆਂ ਦੇ ਲਈ ਥੋੜ੍ਹੀ ਹੈ ਕਿ ਜਿਨ੍ਹਾਂ ਨੇ ਆਹ ਵਰਦੀ ਪਾਈ ਹੈ, ਚਿੱਟਾ ਕੱਪੜਾ ਪਾ ਲਿਆ, ਕਿਸੇ ਹੋਰ ਰੰਗ ਦਾ ਪਾ ਲਿਆ, ਵੱਡੀ ਸ੍ਰੀ ਸਾਹਿਬ ਫੜ ਲਈ, ਕਿ ਇਹੀ ਬੰਦੇ ਰੱਬ ਨੂੰ ਮਿਲੇ ਹੋਏ ਨੇ। ਨਹੀਂ, ਇੱਥੇ ਤਾਂ ਸਤਿਗੁਰੂ ਦੀ ਬਾਣੀ ਜਿਹੜੀ ਉਹ ਤਾਂ ਹਰੇਕ ਨੂੰ ਕਹਿੰਦੀ ਆ, ਭਾਈ ਤੂੰ ਜੋਗੀ ਬਣ, ਜੋਗ ਹੋਵੇ, ਤੇਰਾ ਮਿਲਾਪ ਹੋਵੇ ਉਸ ਦਾਤੇ ਦੇ ਨਾਲ, ਹਰੇਕ ਦੇ ਨਾਲ। ਹਰੇਕ ਬੰਦੇ ਨੂੰ ਸਤਿਗੁਰੂ ਜੀ ਆਖਦੇ ਨੇ। ਉਹ ਸੰਤ ਵੀ ਉਹ ਜਿਹੜਾ ਬਣਦਾ ਹੈ ਉਹ ਹਰੇਕ ਸੰਤ ਹੋ ਸਕਦਾ ਹੈ, ਹਰੇਕ ਬੰਦਾ। ਕਿਉਂਕਿ ਸਿਰਫ ਆਪਾਂ ਵਰਦੀ ਤੱਕ ਸੀਮਤ ਰੱਖ ਦੇਣਾ ਇਹ ਸੰਤ ਹੈ, ਨਹੀਂ। ਸਤਿਗੁਰ ਦੀ ਬਾਣੀ ਤਾਂ ਭਾਈ ਹਰੇਕ ਨੂੰ ਸੰਤ ਬਣਾਉਂਦੀ ਹੈ, ਇਕੱਲੇ ਖਾਸ ਬੰਦਿਆਂ ਨੂੰ ਥੋੜ੍ਹੀ। ਹੋ ਸਕਦਾ ਕੋਈ ਸਮਝਦਾਰੀ ਦੇ ਨਾਲ, ਇਮਾਨਦਾਰੀ ਦੇ ਨਾਲ ਕਰਨ ਵਾਲਾ ਕੰਮ, ਕੋਈ ਟੀਚਰ ਵੀ ਸੰਤ ਹੋ ਸਕਦਾ, ਕੋਈ ਡਾਕਟਰ ਵੀ ਸੰਤ ਹੋ ਸਕਦਾ, ਹਸਪਤਾਲ ਦੇ ਵਿੱਚ ਲੱਗਿਆ ਹੋਇਆ ਕੋਈ ਕਰਮਚਾਰੀ, ਕੋਈ ਸਫਾਈ ਕਰਨ ਵਾਲਾ ਵੀ ਸੰਤ ਹੋ ਸਕਦਾ। ਉਹਦੀ ਆਪਣੀ ਸੁਰਤ 'ਤੇ ਗੱਲ ਹੈ ਨਾ। ਜੇ ਤੂੰ ਕਵੇਂ ਕਿ ਕੱਪੜੇ ਪਾ ਕੇ ਮੈਂ ਬਣ ਜਾਣਾ, ਨਹੀਂ, ਕੱਪੜਿਆਂ ਪਾ ਕੇ ਨਹੀਂ। ਜੋਗਣਾ ਪਗਵੀਂ ਕੱਪੜੀ, ਜੋਗਣਾ ਮੈਲੇ ਵੇਸ। ਕੱਪੜੇ ਪਾ ਕੇ ਨਹੀਂ, ਸਿਰਫ ਵੇਸ ਧਾਰਨ ਕਰਕੇ ਨਹੀਂ ਤੂੰ ਬਣ ਜਾਂਦਾ। ਕੰਮ ਤੇਰੇ ਕੰਮਾਂ ਨੇ ਤੈਨੂੰ ਬਣਾਉਣਾ ਹੈ ਮਹਾਨਤਾ, ਕੰਮਾਂ ਨੇ ਬਣਾਉਣਾ ਹੈ। ਸਤਿਗੁਰ ਦੀ ਬਾਣੀ ਦਾ ਉਪਦੇਸ਼ ਹੈ, ਕਹਿੰਦੇ ਸੰਤਾਂ ਮਾਨੋ ਦੂਤਾ ਡਾਨੋ। ਅਸਲ ਸੰਤ ਕੌਣ ਨੇ? ਚੰਗੇ ਗੁਣ, ਜਿਹੜੇ ਨੇ ਚੰਗੇ ਗੁਣ ਧਾਰਨ ਕੀਤੇ ਨੇ, ਸੰਤ ਰੂਪ ਗੁਣ ਧਾਰਨ ਕੀਤੇ ਨੇ, ਉਹ ਸੰਤ ਰੂਪ ਹੋ ਜਾਂਦੇ ਨੇ। ਅਸਲ ਸੰਤ ਉਹ ਨੇ। ਇਕੱਲੇ ਲਿਬਾਸ ਪਾਉਣ ਵਾਲੇ ਥੋੜ੍ਹੀ ਨੇ। ਹੋ ਸਕਦਾ ਲਿਬਾਸ ਪਾਉਣ ਵਾਲਿਆਂ ਨੂੰ ਕੰਮ ਹੀ ਨਾ ਆਉਂਦੇ ਹੋਣ, ਜਿਹੜਾ ਇੱਕ ਮਿਹਨਤਕਸ਼ ਬੰਦਾ ਕਰ ਲੈਂਦਾ। ਹੋ ਸਕਦਾ ਕਿ ਸਿਰਫ ਲਿਬਾਸ ਪਾਉਣ ਵਾਲਿਆਂ ਵਿੱਚ ਜ਼ਿਆਦਾ ਬੇਈਮਾਨੀ ਹੋਵੇ, ਮਿਹਨਤ ਵਾਲੇ ਲੋਕਾਂ ਨਾਲੋਂ ਲਿਬਾਸ ਵਾਲਾ ਜਿਹੜਾ ਬੰਦਾ ਜ਼ਿਆਦਾ ਬੇਈਮਾਨੀ ਹੋਵੇ। ਉਹ ਸੰਤ ਥੋੜ੍ਹੀ ਹੈ, ਫਿਰ ਉਹ ਜੋਗੀ ਥੋੜ੍ਹੀ ਹੈ। ਸਤਿਗੁਰੂ ਜੀ ਬੜਾ ਸੋਹਣਾ ਉਪਦੇਸ਼ ਦਿੰਦੇ ਨੇ, ਕਹਿੰਦੇ ਭਾਈ ਸਾਰਾ ਕੁਝ ਲਿਬਾਸ ਧਾਰਨ ਕਰਕੇ ਇਵੇਂ ਨਹੀਂ ਬਣਿਆ ਜਾ ਸਕਦਾ, ਅਤੇ ਜੇ ਕਿਤੇ ਬਣਨਾ ਵੀ ਹੈ ਤਾਂ ਸਤਿਗੁਰੂ ਦੀ ਬਾਣੀ ਆਖਦੀ ਹੈ ਨਾ, ਆਪਾਂ ਪੜ੍ਹਦੇ ਹਾਂ ਉਪਦੇਸ਼, ਮੁੰਦਾਂ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਬਪੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆ ਜੋਗੀ ਬਣਨ ਦੀ ਵਿਧੀ ਸਤਿਗੁਰੂ ਨੇ ਦਿੱਤੀ ਹੈ। ਗੁਰੂ ਨਾਨਕ ਸਾਹਿਬ ਆਖਦੇ ਨੇ ਬਾਹਰੀ ਲਿਬਾਸ ਦੀ ਥੋੜ੍ਹੀ ਲੋੜ ਹੈ, ਜੇ ਬਣਨਾ ਹੈ ਬਾਹਰੀ ਲਿਬਾਸ ਦੀ ਲੋੜ ਥੋੜ੍ਹੀ ਹੈ। ਮੁੰਦਾਂ ਸੰਤੋਖ ਜੇ ਪਾ ਵੀ ਲਿਆ ਚੱਲ ਠੀਕ ਹੈ, ਬਾਹਰੀ ਲਿਬਾਸ ਵੀ ਤੂੰ ਪਹਿਨ ਲਿਆ, ਪਰ ਮਨ ਵੀ ਤਾਂ ਬਦਲਣਾ ਹੈ ਨਾ। ਮੁੰਦਾਂ ਸੰਤੋਖ, ਸੰਤੋਖ ਦੀਆਂ ਮੁੰਦਰਾਂ ਕੰਨੀ ਪਾ, ਭਾਵ ਸੰਤੋਖ ਤੇਰੇ ਲਈ ਮੁੰਦਰਾ ਬਣ ਜਾਵੇ। ਸ਼ਰਮ ਪਤ ਝੋਲੀ, ਤੇਰੀ ਮਿਹਨਤ ਤੇਰੀ ਝੋਲੀ ਬਣੇ। ਧਿਆਨ ਕੀ ਕਰੈ ਬਪੂਤ, ਧਿਆਨ ਦੀ ਭਾਵ ਸੁਚੇਤ ਹੋਣ ਦੀ ਬਪੂਤੀ ਲਾ, ਬਪੂਤੀ ਬਣਾ। ਧਿਆਨ ਕੀ ਕਰੈ ਬਪੂਤ, ਖਿੰਥਾ ਕਾਲ, ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਖਿੰਥਾ ਮਤਲਬ ਜਿਹੜੀ ਜੋਗੀਆਂ ਦੇ ਇੱਕ ਸਾਈਡ 'ਤੇ ਪਹਿਨੀ ਹੁੰਦੀ, ਜਿਹਦੇ ਵਿੱਚ ਉਹ ਸਮਾਨ ਰੱਖਦੇ ਨੇ, ਖਿੰਥਾ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਇੱਕ ਜੁਗਤੀ ਸਿੱਖ
ਆਪਣੇ ਸਰੀਰ ਨੂੰ, ਆਪਣੀ ਕਾਇਆ ਨੂੰ ਕੁਆਰੀ ਰੱਖ, ਵਿਕਾਰਾਂ ਤੋਂ ਬਚਾ ਕੇ ਰੱਖ। ਜੁਗਤ ਡੰਡਾ ਪ੍ਰਤੀਤ, ਤੇ ਪ੍ਰਤੀਤ ਤੇਰਾ ਧਿਆਨ ਡੰਡੇ ਵਾਂਗ ਸਿੱਧਾ ਹੋਵੇ ਉਸ ਰੱਬ ਦੇ ਨਾਲ। ਕੰਮ ਵੱਲ ਧਿਆਨ ਹੋਵੇ ਤੇਰਾ, ਇੱਧਰ ਉੱਧਰ ਨਾ ਭੱਜੇ, ਸੁਚੇਤ ਹੋਵੇਂ ਤੂੰ, ਡੰਡੇ ਦੀ ਤਰ੍ਹਾਂ ਸਿੱਧਾ ਤੇਰੀ ਅਕਲ ਦਿਮਾਗ ਹੋਵੇ। ਇੱਦਾਂ ਸਤਿਗੁਰ ਦੀ ਬਾਣੀ ਸਾਨੂੰ ਸਿਖਾਉਂਦੀ ਹੈ, ਭਾਈ ਜੋਗੀ ਇੱਦਾਂ ਬਣ, ਸਿਰਫ ਲਿਬਾਸ ਪਹਿਨ ਕੇ ਨਹੀਂ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ। ਅਤੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦਾ ਇਹ ਵੀ ਉਪਦੇਸ਼ ਹੈ ਨਾ, ਪੜ੍ਹਦਿਆਂ ਗੱਲੀ ਜੋਗ ਨਾ ਹੋਈ। ਗੱਲਾਂ ਦੇ ਨਾਲ ਵੀ ਜੋਗੀ ਨਹੀਂ ਬਣਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਹਿੰਦੇ, ਜੋਗ ਨਾ ਖਿੰਥਾ, ਜੋਗ ਨਾ ਡੰਡਾ। ਖਿੰਥਾ ਗੋਦੜੀ ਪਾ ਕੇ ਜੋਗੀ ਨਹੀਂ ਬਣਿਆ ਜਾਂਦਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜ੍ਹਾਈਐ, ਭਸਮ ਸੁਆਹ। ਸਰੀਰ ਉੱਤੇ ਸਿਰਫ ਸਵਾਹ ਮਲ ਕੇ ਜੋਗੀ ਨਹੀਂ ਬਣਿਆ ਜਾਂਦਾ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜ੍ਹਾਈਐ, ਜੋਗ ਨਾ ਮੁੰਦੀ ਮੂੰਡ ਮਡਾਇਐ, ਜੋਗ ਨਾ ਸਿੰਘੀ ਵਾਈਐ। ਆ ਬਾਲ ਕਟਾ ਕੇ ਜੋਗੀ ਥੋੜ੍ਹੀ ਬਣਿਆ ਜਾਂਦਾ ਹੈ। ਬਾਲ ਕਟਾ ਲਵੇਂ, ਮੁੰਦਰਾਂ ਪਾ ਲਵੇਂ ਕੰਨਾਂ ਦੇ ਵਿੱਚ, ਮੂੰਡ ਮਡਾਇਆ, ਬਾਲ ਕਟਾ ਕੇ, ਜੋਗ ਨਾ ਸਿੰਘੀ ਵਾਈਐ। ਕਹਿੰਦੇ ਸਿੰਘੀਆਂ ਵਜਾ ਵਜਾ ਕੇ ਜੋਗੀ ਨਹੀਂ ਬਣਿਆ ਜਾ ਸਕਦਾ। ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੋਗਤ ਏਮ ਪਾਈਐ। ਅੰਜਨ ਮਾਹੇ ਨਿਰੰਜਨ, ਅੰਜਨ ਦਾ ਮਤਲਬ ਕਾਲਖ। ਸੰਸਾਰ ਵਿੱਚ ਰਹਿੰਦਿਆਂ ਤੇਰੀ ਸੁਰਤ ਜੇ ਰੱਬ ਨਾਲ ਜੁੜਦੀ ਹੈ, ਜੋਗੀ ਉਹਨੂੰ ਕਿਹਾ ਜਾਂਦਾ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੱਲ ਤਾਂ ਆਖੀ, ਉਹਨਾਂ ਨੇ ਹਾਲਾਤ ਵੇਖੇ ਜੋਗੀਆਂ ਦੇ। ਹੁਣ ਜੋਗੀਆਂ ਦੇ ਕੰਮ ਉਹਨਾਂ ਨੇ ਇਹ ਬਣਾ ਲਿਆ, ਅੱਜ ਵੀ ਬੜੇ ਨੇ ਜਿਹੜੇ ਬਣ ਕੇ ਬੈਠੇ ਹੋਏ ਨੇ, ਜੋਗੀ ਸਾਧ ਬਣ ਗਏ, ਸੰਤ ਬਣ ਗਏ। ਹੁਣ ਮਨ ਹੈ ਜਿਹੜਾ ਉਹਨਾਂ ਦਾ ਮਨ ਉਵੇਂ ਭਟਕਦਾ। ਆਪ ਤਾਂ ਉਹ ਬਣ ਗਏ ਜੋਗੀ, ਆਪ ਤਾਂ ਛੱਡ ਲਿਆ ਘਰ ਬਾਰ, ਘਰ ਛੱਡ ਕੇ ਭੱਜ ਗਏ, ਗੇਰੂਏ ਰੰਗ ਦੇ ਕੱਪੜੇ ਪਾ ਲਏ, ਕੰਨਾਂ 'ਚ ਮੁੰਦਰਾਂ ਪਾ ਲਈਆਂ, ਪਿੰਡੇ 'ਤੇ ਸਵਾਹ ਮਾਲੀ, ਪਰ ਧਿਆਨ ਜਿਹੜੀ ਸੁਰਤ ਹੈ ਲੋਕਾਂ ਦੇ ਘਰਾਂ ਵਿੱਚ ਤੁਰੀ ਫਿਰਦੀ ਹੈ। ਆਪਣਾ ਪਰਿਵਾਰ ਛੱਡ ਕੇ ਲੋਕਾਂ ਦੇ ਪਰਿਵਾਰਾਂ ਵੱਲ ਦੌੜਦਾ ਏ। ਇਹਨੂੰ ਸਤਿਗੁਰੂ ਜੀ ਨੇ ਤਾਂ ਗੱਲ ਆਖੀ ਸੀ ਕਿ ਆਹ ਤੇਰਾ ਜੋਗੀ ਬਣਦਾ ਢੰਗ ਤਰੀਕਾ ਨਹੀਂ ਹੈ। ਹੋ ਸਕਦਾ ਸੀ ਤੂੰ ਪਰਿਵਾਰ ਵਿੱਚ ਹੀ ਰਹਿੰਦਾ, ਜੇ ਪਰਿਵਾਰ ਵਿੱਚ ਹੀ ਰਹਿੰਦਾ ਨਾ, ਜੇ ਤੂੰ ਉੱਥੇ ਬਹਿ ਕੇ ਸੁਰਤ ਆਪਣੀ ਉਸ ਰੱਬ ਦੇ ਨਾਲ ਜੋੜ ਲੈਂਦਾ ਤਾਂ ਤੈਨੂੰ ਜੋਗ ਮਿਲ ਜਾਣਾ ਸੀ, ਮਿਲਾਪ ਹੋ ਜਾਣੇ ਸੀ ਤੇਰਾ ਪਰਮਾਤਮਾ ਦੇ ਨਾਲ। ਕਿਉਂਕਿ ਆਪਾਂ ਭਾਈ ਗੁਰਦਾਸ ਜੀ ਦੇ ਬੋਲ ਜਦੋਂ ਪੜ੍ਹਦੇ ਹਾਂ, ਸਿੱਧਾਂ ਦੇ ਨਾਲ ਜਦੋਂ ਗੋਸ਼ਟੀ ਹੋਈ, ਜਿਹੜੇ ਸਿੱਧ ਪਰਬਤਾਂ ਵਿੱਚ ਬੈਠੇ ਸਨ, ਕਹਿੰਦੇ ਖਾਦੀ ਖੁਣਸ ਜੋਗੀਸ਼ਰਾਂ, ਗੋਸ਼ਟ ਕਰਨ ਸਭੈ ਉੱਠ ਆਈ। ਗੁਰੂ ਨਾਨਕ ਸਾਹਿਬ ਦੇ ਨਾਲ ਗੋਸ਼ਟ ਕਰਨ ਵਾਸਤੇ ਆਏ। ਖੁਣਸ ਖਾਦੀ, ਈਰਖਾ ਰੱਖੀ। ਕਹਿੰਦੇ ਪੁੱਛੇ ਜੋਗੀ ਭੰਗਰ ਨਾ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ। ਕਹਿੰਦੇ ਤੂੰ ਦੁੱਧ ਦੇ ਵਿੱਚ ਕਾਂਜੀ ਕਿਉਂ ਪਾ ਦਿੱਤੀ, ਦੁੱਧ ਦੇ ਵਿੱਚ ਤੂੰ ਕਾਂਜੀ ਕਿਉਂ ਪਾਈ ਹੈ। ਕਹਿੰਦੇ ਲਿਬਾਸ, ਹੁਣ ਗੁਰੂ ਨਾਨਕ ਸਾਹਿਬ ਜੀ ਜਦੋਂ ਤੁਰੇ ਨੇ, ਲਿਬਾਸ ਉਹਨਾਂ ਦਾ ਜੋਗੀਆਂ ਵਾਲਾ, ਉਹਨਾਂ ਨੇ ਲਿਬਾਸ ਬਦਲਿਆ। ਕੋਈ ਹਲਕੇ ਕੱਪੜੇ ਪਾ ਲਏ ਕਿਉਂਕਿ ਸਫ਼ਰ ਹੈ, ਕਿਉਂਕਿ ਕਹਿੰਦੇ ਕਿ ਤੂੰ ਦੁੱਧ ਵਿੱਚ ਕਿਉਂ ਕਾਂਜੀ ਪਾਈ। ਕਹਿੰਦੇ ਕਿ ਤੂੰ ਤਾਂ ਜੋਗੀ ਬਣ ਗਿਆ। ਕਾਂਜੀ ਮਤਲਬ ਕਹਿੰਦੇ ਹੁੰਦੇ ਨੇ ਖੱਟੇ ਨੂੰ, ਮਾਝੇ ਦਾ ਇਹ ਲਫ਼ਜ਼ ਹੈ। ਜਿੱਦਾਂ ਆ ਗੋਲ ਗੱਪਿਆਂ ਦੀਆਂ ਰੇਹੜੀਆਂ ਲੱਗਦੀਆਂ ਨੇ, ਉਹਨਾਂ ਦੇ ਨਾਲ ਜਿਹੜਾ ਪਾਣੀ ਮਿਲਦਾ ਹੈ ਲੂਣ ਮਿਰਚ ਵਾਲਾ ਖੱਟਾ ਹੁੰਦਾ, ਉਹਨੂੰ ਕਾਂਜੀ ਕਿਹਾ ਜਾਂਦਾ ਹੈ। ਕਹਿੰਦੇ ਤੂੰ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ, ਨਾਲੇ ਤਾਂ ਤੂੰ ਜੋਗੀ ਹੈ, ਕਹਾਉਣਾ ਜੋਗੀ ਆ, ਲਿਬਾਸ ਜੋਗੀਆਂ ਵਾਲਾ ਹੈ, ਨਾਲੇ ਤੂੰ ਗ੍ਰਸਤੀ ਹੈ। ਇਹ ਕਿਹੜਾ ਕੰਮ ਹੋ ਗਿਆ, ਜਾਂ ਤਾਂ ਜੋਗੀ ਬਣ ਤੇ ਜਾਂ ਗ੍ਰਸਤੀ ਬਣ। ਗੁਰੂ ਨਾਨਕ ਸਾਹਿਬ ਤਾਂ ਇਹ ਸਿਖਾਉਣ ਚੱਲੇ ਨੇ ਨਾ ਕਿ ਭਾਈ ਗ੍ਰਸਤ ਵਿੱਚ ਰਹਿੰਦਿਆਂ ਵੀ ਜੋਗ ਹੋ ਸਕਦਾ ਏ, ਪਰਿਵਾਰ ਵਿੱਚ ਰਹਿੰਦਿਆਂ ਵੀ ਜੋਗੀ ਬਣਿਆ ਜਾਂਦਾ ਏ। ਪੁੱਛੇ ਜੋਗੀ ਭੰਗਰ ਨਾ ਤੁਹ ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿਟਿਆ ਚਾਟਾ ਦੁੱਧ ਕਾ। ਫਿਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾਲ, ਤੂੰ ਤਾਂ ਸਾਰਾ ਕੰਮ ਹੀ ਖਰਾਬ ਕਰ ਦਿੱਤਾ। ਉਦਾਹਰਨ ਉਹ ਲਫ਼ਜ਼ ਇੱਦਾਂ ਵਰਤ ਰਹੇ ਨੇ, ਪਰ ਇਹਦੇ ਭਾਵ ਵਰਤ ਨੇ। ਕਹਿੰਦੇ ਤੂੰ ਤਾਂ ਸਾਰਾ ਕੁਝ ਹੀ ਦਹੀਂ ਅਤੇ ਮੱਖਣ ਇਕੱਠਾ ਹੀ ਕਰ ਦਿੱਤਾ,
ਹੱਥ ਵਿੱਚ ਤਾਂ ਕੁਝ ਨਿਕਲੇ ਨਹੀਂ, ਇਕੱਲਾ ਮੱਖਣ ਕੱਢਣਾ ਸੀ, ਤੂੰ ਤਾਂ ਸਾਰੇ ਇਕੱਠੇ ਕਰੀ ਤੁਰਿਆ ਫਿਰਦਾ ਹੈ, ਨਾਲੇ ਜੋਗੀ ਵੀ ਆ ਨਾਲੇ ਪਰਿਵਾਰ ਵੀ ਆ। ਕਿਉਂਕਿ ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਪ੍ਰਚਾਰ ਫੇਰੀ 'ਤੇ ਤੁਰ ਜਾਂਦੇ ਨੇ ਨਾ, ਤਾਂ ਘਰ ਦੇ ਵਿੱਚ 2 ਪੁੱਤਰਾਂ ਦਾ ਜਨਮ ਹੋ ਚੁੱਕਿਆ ਹੈ। ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋ ਚੁੱਕਾ ਹੈ। ਉਹ ਤਾਂ ਹੀ ਬੋਲਦੇ ਨੇ, ਕਹਿੰਦੇ ਨਾਲੇ ਤੂੰ ਜੋਗੀ ਬਣ ਗਿਆ ਨਾਲੇ ਤੂੰ ਗ੍ਰਸਤੀ ਹੈ। ਇਹ ਤੇਰਾ ਕੰਮ ਕਿੱਧਰ ਦਾ? ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ, ਪੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਕਦੇ ਤੂੰ ਜੋਗੀ ਬਣ ਜਾਣਾ ਹੈ, ਕਦੇ ਭੇਖੀ ਬਣ ਜਾਣਾ, ਕਦੇ ਸੰਸਾਰ ਦੇ ਵਿੱਚ ਗ੍ਰਸਤੀ ਜੀਵਨ ਨਿਰਵਾਹ ਕਰਦਾ, ਕਦੇ ਤੂੰ ਹਲ ਵਾਹੁੰਦਾ ਤੁਰਿਆ ਫਿਰਦਾ, ਕਦੇ ਘਰ ਦੇ ਕੰਮ ਧੰਦੇ ਕਰਦਾ। ਇਹ ਤੂੰ ਜੋਗੀ ਕਿਵੇਂ? ਜੋਗੀ ਬਣਨਾ ਤਾਂ ਸਾਰਾ ਕੁਝ ਛੱਡ ਕੇ ਆ। ਸਿੱਧਾਂ ਦੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਗੋਸ਼ਟ ਕਰਦੇ ਨੇ ਤਾਂ ਨਾਨਕ ਆਖੇ ਭੰਗਰਨਾਥ, ਗੁਰੂ ਨਾਨਕ ਸਾਹਿਬ ਜਵਾਬ ਦਿੰਦੇ, ਭੰਗਰਨਾਥ ਮਤਲਬ ਉੱਥੇ ਇੱਕ ਜੋਗੀ ਨਹੀਂ ਹੈ, ਉਹਦੀ ਭੰਗਰਨਾਥ ਦੀ ਕੁਲ ਦੇ ਵਿੱਚੋਂ ਅੱਗੇ ਦੀ ਅੱਗੇ ਜਿੰਨੇ ਵੀ ਉੱਥੇ ਆ ਕੇ ਸਿੱਧ ਬੈਠੇ ਹੋਏ ਨੇ। ਕਹਿੰਦੇ ਨਾਨਕ ਆਖੇ ਭੰਗਰ ਅਦਾਸ, ਤੇਰੀ ਮਾਊ ਕਚੱਜੀ ਆਈ। ਮਾਊ ਮਤਲਬ ਮੱਤ। ਕਹਿੰਦੇ ਤੇਰੀ ਮੱਤ ਕਚੱਜੀ ਹੈ, ਤੈਨੂੰ ਤਾਂ ਮੱਤ ਹੀ ਹੈ ਨਹੀਂ। ਤੂੰ ਕਹਿੰਦਾ ਤੂੰ ਯੋਗ ਪ੍ਰਾਪਤ ਕਰ ਲਿਆ, ਤੂੰ ਮਿਲਾਪ ਬਣਾ ਲਿਆ ਉਸ ਰੱਬ ਦੇ ਨਾਲ। ਕਹਿੰਦਾ ਨਾਨਕ ਆਖੇ ਭੰਗਰਨਾਥ, ਤੇਰੀ ਮਾਊ ਕਚੱਜੀ ਆਈ, ਹੋਏ ਅਤੀਤ ਗ੍ਰਸਤ ਤਜ। ਤੂੰ ਕਹਿੰਦਾ ਜੋਗੀ ਬਣ ਗਿਆ, ਘਰ-ਬਾਰ ਛੱਡ ਕੇ ਅਤੀਤ ਹੋ ਗਿਆ, ਗ੍ਰਸਤ ਛੱਡ ਦਿੱਤਾ, ਘਰ ਛੱਡ ਕੇ ਤੂੰ ਪਹਾੜਾਂ ਵਿੱਚ ਆ ਕੇ ਬੈਠ ਗਏ, ਹੋਏ ਅਤੀਤ ਗ੍ਰਸਤ ਤਜ। ਪਰ ਕਹਿੰਦੇ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ, ਜਦੋਂ ਢਿੱਡ 'ਚ ਅੱਗ ਬਲਦੀ ਹੈ, ਫਿਰ ਉਹਨੂੰ ਕਹਿ ਘਰ ਮੰਗਣ ਜਾਈ। ਫਿਰ ਭੱਜਦੇ ਵੀ ਉੱਧਰ ਨੂੰ ਹੋ, ਉਹਨਾਂ ਘਰਾਂ ਵਿੱਚ ਹੀ ਭੱਜਦੇ ਹੋ ਜਿਹੜੇ ਘਰ-ਬਾਰ ਤੁਸੀਂ ਛੱਡ ਕੇ ਆਏ। ਤੁਸੀਂ ਕਹਿੰਦੇ ਹੋ ਕਿ ਔਰਤ ਰੱਖਣੀ ਨਹੀਂ, ਔਰਤ ਜ਼ਿੰਦਗੀ ਦੇ ਵਿੱਚ ਮੁਕਤੀ ਦੇ ਰਾਹ ਦੇ ਵਿੱਚ ਰੁਕਾਵਟ ਹੈ, ਮੁਕਤੀ ਨਹੀਂ ਮਿਲ ਸਕਦੀ ਜੇ ਔਰਤ ਦਾ ਸੰਗ ਕਰਾਂਗੇ। ਪਰ ਜਦੋਂ ਢਿੱਡ ਨੂੰ ਭੁੱਖ ਲੱਗਦੀ ਆ, ਭੱਜਦੇ ਉੱਧਰ ਨੂੰ ਹੀ ਹੋ। ਮੱਤ ਕਚੱਜੀ ਨਹੀਂ ਹੋ ਗਈ ਤੇਰੀ, ਮੱਤ ਹੀ ਹੈ ਨਹੀਂ ਤੈਨੂੰ ਤਾਂ ਜੋਗੀ ਬਣਨ ਦੀ। ਹੋਏ ਅਤੀਤ ਗ੍ਰਸਤ ਤਾਜ, ਫਿਰ ਉਹਨੂੰ ਕਹਿ ਕਰ ਮੰਗਣ ਜੇ। ਉਹ ਤਾਂ ਤੁਸੀਂ ਗ੍ਰਸਤੀਆਂ ਨੂੰ ਕਹਿੰਦੇ ਹੋ ਮਾੜੇ ਨੇ, ਅਸੀਂ ਚੰਗੇ ਹੋ ਗਏ। ਜਦੋਂ ਭੁੱਖ ਲੱਗਦੀ ਹੈ ਭੱਜਦੇ ਉੱਧਰ ਨੂੰ। ਆਪਦਾ ਤੂੰ ਘਰ ਵਸਾਇਆ ਨਹੀਂ, ਤੈਨੂੰ ਜੋਗ ਕਿੱਥੋਂ ਆ ਜਾਵੇ? ਤੈਨੂੰ ਤਾਂ ਜੁਗਤ ਹੀ ਨਹੀਂ ਆਈ ਜਿਉਣ ਦੀ, ਤੈਨੂੰ ਤਾਂ ਢੰਗ ਹੀ ਹੈ ਨਹੀਂ ਜਿਉਣ ਦਾ। ਕਹਿੰਦੇ ਫਿਰ ਦਿੱਤੇ ਕਛ ਹੱਥ ਨਾ ਆਈ, ਬਿਨ ਦਿੱਤੇ ਕਛ ਹੱਥ ਨਾ ਆਈ। ਕਹਿੰਦੇ ਭਾਈ ਇੱਦਾਂ ਜੋਗੀ ਨਹੀਂ ਬਣਿਆ ਜਾਂਦਾ, ਇਹ ਜੋਗੀ ਨਹੀਂ ਹੈ। ਅੰਜਨ ਮਾਹੇ ਨਿਰੰਜਨ ਰਹੀਏ, ਜੋਗ ਜੁਗ ਤੇ ਵਪਾਈਆਂ। ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਸੁਰਤ ਉਸ ਰੱਬ ਦੇ ਨਾਲ ਜੋੜੀ ਰੱਖ, ਜੋਗੀ ਤਾਂ ਤੂੰ ਘਰੇ ਬੈਠਾ ਬਣ ਜਾਵੇਂਗਾ। ਅੱਜ ਦਾ ਉਪਦੇਸ਼ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ। ਸਤਿਗੁਰ ਕਾ ਉਪਦੇਸ਼ ਘਰੇ ਬੈਠਿਆਂ ਵੀ ਜੋਗ ਪ੍ਰਾਪਤ ਕਰ ਲਵੇਂ ਤੂੰ, ਜੇ ਗੁਰੂ ਦਾ ਉਪਦੇਸ਼ ਮੰਨੇ। ਜੋਗ ਦਾ ਮਤਲਬ ਮਿਲਾਪ ਸਰਬ ਦੇ ਨਾਲ। ਨਾਨਕ ਘਰ ਬੈਠਿਆਂ ਜੋਗ ਪਾਈਐ, ਜੋਗ ਮਿਲਾਪ ਘਰ ਬੈਠਿਆ। ਹੁਣ ਘਰ 2 ਪ੍ਰਕਾਰ ਦੇ ਨੇ, ਇੱਕ ਸਾਡੇ ਤਨ ਦਾ ਘਰ ਹੈ, ਇੱਕ ਸਾਡੇ ਮਨ ਦਾ ਘਰ ਹੈ। ਆ ਤਨ ਨੇ ਸੰਸਾਰ ਵਿੱਚ ਰਹਿਣਾ, ਇਹ ਇਹਦਾ ਘਰ ਹੈ। ਇੱਕ ਸਾਡੇ ਮਨ ਦਾ ਘਰ ਹੈ, ਮਨ ਨੇ ਗੁਰੂ ਦੇ ਘਰ ਦੇ ਵਿੱਚ ਰਹਿਣਾ। ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕਾ ਉਪਦੇਸ਼। ਹੁਣ ਜਿਹੜੇ ਬੰਦੇ ਨੇ ਆਪਣਾ ਘਰ-ਬਾਰ ਹੀ ਛੱਡ ਦਿੱਤਾ, ਉਹਨੂੰ ਪਰਿਵਾਰਾਂ ਦੇ ਝਮੇਲਿਆਂ ਬਾਰੇ ਕੀ ਪਤਾ? ਉਹਨੂੰ ਥੋੜ੍ਹੀ ਪਤਾ ਹੋਣਾ ਜਿਹੜੇ ਨੇ ਆਪਣਾ ਘਰ-ਬਾਰ ਹੀ ਛੱਡ ਦਿੱਤਾ। ਉਹਦਾ ਕਹਿੰਦਾ ਮੈਂ ਜੋਗੀ ਹੋ ਗਿਆ। ਸਤਿਗੁਰੂ ਕਹਿੰਦੇ ਜੋਗੀ ਦਾ ਤੈਨੂੰ ਮਤਲਬ ਹੀ ਨਹੀਂ ਪਤਾ, ਤੈਨੂੰ ਤਾਂ ਰਹਿਣਾ ਹੀ ਨਹੀਂ ਆਉਂਦਾ। ਤੈਨੂੰ ਪਰਿਵਾਰਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਤੈਨੂੰ ਕੀ ਪਤਾ? ਤੂੰ ਤਾਂ ਫਾਹੇ ਲਾ ਛੱਡਿਆ ਲੋਕਾਂ ਨੂੰ। ਹੁਣ ਬੈਠੇ ਨੇ ਨਾ ਇੱਦਾਂ, ਜਿੰਨੇ ਸਾਡੇ ਆਗੂ ਬਣੇ ਨੇ ਉਹਨਾਂ ਨੂੰ ਕੀ ਪਤਾ? ਪਰਿਵਾਰਾਂ ਵਾਲੇ ਤਾਂ ਹੈ ਹੀ ਨਹੀਂ ਕੋਈ ਉਹਨਾਂ ਦੇ ਵਿੱਚ। ਵੱਡੇ ਤੋਂ ਵੱਡੇ ਬਣੇ ਹੋਏ ਨੇ ਜਿਹੜੇ, ਕੋਈ PM ਬਣ ਗਿਆ, ਕੋਈ ਮੰਤਰੀ ਬਣ ਗਿਆ, ਜੋ ਕੋਈ ਜੋਗੀ ਵਰਗੇ ਬਿਠਾਤੇ ਨਾ, ਉਹਨਾਂ ਦੇ ਤਬ ਦੇ ਪਰਿਵਾਰ ਹੀ ਨਹੀਂ। ਉਹ ਕਿੱਥੇ ਮੁਸ਼ਕਿਲਾਂ ਸਮਝਣ ਪਰਿਵਾਰਾਂ ਦੀਆਂ, ਉਹਨਾਂ ਨੂੰ ਥੋੜ੍ਹੀ ਪਤਾ। ਤਾਂ ਹੀ ਤਾਂ ਉਹਨਾਂ ਦੇ ਆਪਣੇ ਕੋਈ ਰੌਲੇ ਗੋਲੇ ਹੈ ਨਹੀਂ ਘਰ ਦੇ ਵਿੱਚ। ਇਵੇਂ ਦੇ ਇੱਥੇ ਲੋਕਾਂ ਨੇ ਆਗੂ ਬਣਾ ਲਏ ਸਾਧ, ਜਿਨ੍ਹਾਂ ਦੇ ਆਪਣੇ ਪਰਿਵਾਰ ਹੈ ਨਹੀਂ, ਵਿਹਲੇ ਨੇ ਜਿਹੜੇ।
ਉਹਨਾਂ ਨੂੰ ਪਰਿਵਾਰਕ ਝਮੇਲਿਆਂ ਬਾਰੇ ਕੀ ਪਤਾ, ਉਹਨਾਂ ਨੂੰ ਹੈ ਕਿ ਸਾਡੇ ਹਿਸਾਬ ਦੇ ਨਾਲ ਦੁਨੀਆ ਚੱਲੇ। ਬੈਠੇ ਨੇ ਸਾਡੇ ਸਿਰਾਂ ਦੇ ਉੱਤੇ ਜਿਹੜੇ ਆਗੂ ਬਣੇ, ਭਾਵੇਂ ਰਾਜਨੀਤਿਕ ਨੇ ਭਾਵੇਂ ਧਾਰਮਿਕ ਨੇ, ਅਸੀਂ ਬਣਾਏ ਉਹ ਨੇ ਜਿਨ੍ਹਾਂ ਦਾ ਆਪਣਾ ਕੁਝ ਕੰਡਾ ਹੈ ਨਹੀਂ, ਜਿਹੜੇ ਆਪ ਗ੍ਰਸਤ ਵਾਲੇ ਨੇ। ਕਿਉਂਕਿ ਸਾਧਾਂ ਨੇ ਪ੍ਰਚਾਰ ਹੀ ਇਹ ਕੀਤਾ ਕਿ ਜੇ ਔਰਤ ਜ਼ਿੰਦਗੀ ਵਿੱਚ ਆਵੇਗੀ ਉਹ ਮੁਕਤੀ ਦੇ ਰਾਹ ਦੇ ਵਿੱਚ ਵੱਡੀ ਰੁਕਾਵਟ ਹੈ। ਔਰਤ ਨਹੀਂ ਹੋਣੀ ਚਾਹੀਦੀ, ਔਰਤ ਨਹੀਂ ਹੋਣੀ ਚਾਹੀਦੀ। ਇਹੋ ਜਿਹਾ ਪ੍ਰਚਾਰ ਇੱਥੇ ਬੜਾ ਚੱਲਿਆ, ਅੱਜ ਵੀ ਬਹੁਤ ਥਾਵਾਂ 'ਤੇ ਪ੍ਰਚਲਿਤ ਹੈ। ਪਰ ਸਤਿਗੁਰੂ ਕਹਿੰਦੇ ਭਾਈ ਜੇ ਇਹੀ ਗੱਲ ਤੇਰੇ ਪਿਓ ਨੇ ਸੋਚੀ ਹੁੰਦੀ ਤਾਂ ਅੱਜ ਨੂੰ ਤੇਰਾ ਵੀ ਕੰਮ ਹੋ ਜਾਣਾ ਸੀ, ਤੂੰ ਕਿਹੜਾ ਹੋਣਾ ਸੀ ਸੰਸਾਰ ਵਿੱਚ। ਹੁਣ ਤੂੰ ਵੱਡਾ ਭਗਤ ਬਣ ਗਿਆ, ਹੁਣ ਤੂੰ ਮਾੜਾ ਆਖਦਾ ਹੈ ਔਰਤ ਨੂੰ। ਤੂੰ ਤਾਂ ਜਨਮ ਲਿਆ ਏ, ਮਾੜੀ ਕਿਵੇਂ ਹੋ ਗਈ ਜਿਹੜੀ ਨੇ ਤੈਨੂੰ ਸੰਸਾਰ ਵਿਖਾਇਆ। ਅਤੇ ਇਹੋ ਜਿਹੇ ਲੋਕ ਜਿਹੜੇ ਸਾਡੇ ਆਗੂ ਬਣ ਗਏ, ਜਿਨ੍ਹਾਂ ਨੂੰ ਪਰਿਵਾਰਾਂ ਬਾਰੇ ਕੱਖ ਪਤਾ ਨਹੀਂ, ਉਹ ਸਾਡੇ ਸਿਰਾਂ ਉੱਤੇ ਬੈਠ ਗਏ। ਜੇ ਘਰ ਵਿੱਚ ਰਹਿੰਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਜ਼ਿੰਮੇਵਾਰੀਆਂ ਕੀ ਨੇ, ਜ਼ਿੰਮੇਵਾਰੀਆਂ ਨਿਭਾਉਂਦੇ ਫੇਰ ਤਾਂ ਉਹਨਾਂ ਨੂੰ ਪਤਾ ਲੱਗਦਾ, ਫੇਰ ਹੀ ਉਹਨਾਂ ਨੇ ਜਿਉਣ ਦਾ ਢੰਗ ਤਰੀਕਾ ਸਿੱਖਣਾ। ਜੋਗੀ ਨੂੰ ਕਿਹੜਾ ਢੰਗ ਤਰੀਕਾ, ਜਿਹੜਾ ਘਰ-ਬਾਰ ਛੱਡ ਕੇ ਬੈਠਾ ਹੈ ਨਾ, ਜਿਹੜਾ ਜੰਗਲ ਵਿੱਚ ਹੈ, ਉਹਨੂੰ ਮਹੀਨੇ ਵਾਸਤੇ ਪਿੰਡ ਵਿੱਚ ਲਿਆਓ ਕਰੇ, ਉਹਨੂੰ ਰਹਿਣਾ ਹੀ ਨਹੀਂ ਆਉਣਾ। ਉਹਦਾ ਢੰਗ ਥੋੜ੍ਹੀ ਹੈ ਕੋਈ ਰਹਿਣ ਦਾ, ਉਹਨੂੰ ਰਹਿਣਾ ਹੀ ਨਹੀਂ ਆਉਣਾ। ਜਿਹੜਾ ਬਚਪਨ ਤੋਂ ਜੰਗਲਾਂ ਵਿੱਚ ਰਹਿ ਰਿਹਾ, ਜਿਹੜਾ ਬੰਦਾ ਪਰਿਵਾਰ ਤੋਂ ਬਿਨਾਂ ਰਹਿ ਰਿਹਾ, ਉਹ ਪਰਿਵਾਰ ਵਿੱਚ ਰਹਿ ਕਿਵੇਂ ਰਵੇ। ਨਾਨਕ ਘਰ ਬੈਠਿਆਂ ਜੋਗ ਪਾਈਐ, ਜੇ ਤੇਰੀ ਨੀਤ ਚੰਗੀ ਹੈ, ਜੇ ਗੁਰੂ ਦਾ ਉਪਦੇਸ਼ ਕਮਾ ਰਹੇ ਤਾਂ ਇਸੇ ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਨਿਰੰਜਨ ਪ੍ਰਾਪਤ ਹੋ ਸਕਦਾ, ਨਿਰੰਜਨ ਦੇ ਨਾਲ ਤੂੰ ਜੁੜ ਸਕਦਾ। ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰੂ ਕਾ ਉਪਦੇਸ਼। ਅਤੇ ਮੂਲ ਨਿਚੋੜ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੱਸਦੇ ਨੇ, ਕਹਿੰਦੇ ਭਾਈ ਸਿਰਫ ਲਿਬਾਸ ਪਹਿਨ ਕੇ, ਵੱਖਰਾ ਲਿਬਾਸ ਪਾ ਕੇ ਤੂੰ ਜੋਗੀ ਸੰਤ ਨਹੀਂ ਬਣ ਜਾਂਦਾ। ਕੰਮ ਕਰ, ਪਰਿਵਾਰ ਵਿੱਚ ਰਹਿ, ਆਪਣੀ ਜ਼ਿੰਮੇਵਾਰੀਆਂ ਸਾਂਭ, ਤੂੰ ਪਰਿਵਾਰ ਵਿੱਚ ਰਹਿੰਦਿਆਂ ਜੋਗੀ ਹੈ। ਆਪਣੇ ਫਰਜ਼ ਪਹਿਚਾਣ, ਆਪਣਾ ਧਰਮ ਪਹਿਚਾਣ, ਅਸਲ ਪਿਓ ਬਣ ਕੇ ਵਿਖਾ, ਅਸਲ ਪੁੱਤਰ ਬਣ ਕੇ ਵਿਖਾ, ਅਸਲ ਮਾਂ ਬਣ ਕੇ ਵਿਖਾ, ਜੋਗੀ ਹੈ। ਇਹ ਹੈ ਤੇਰਾ ਅਸਲ ਜੋਗ। ਆਪਣੀ ਜ਼ਿੰਮੇਵਾਰੀਆਂ ਸਮਝ, ਆਪਣੇ ਕੰਮ ਸਮੇਂ ਸਿਰ ਨਿਬੇੜ, ਵਧੀਆ ਟੀਚਰ ਬਣ, ਵਧੀਆ ਸਟੂਡੈਂਟ ਬਣ, ਵਧੀਆ ਡਾਕਟਰ ਬਣ, ਵਧੀਆ ਵਕੀਲ ਬਣ। ਇਹ ਅਸਲ ਤੇਰਾ ਜੋਗ ਹੈ। ਆਪਣੀ ਸੁਰਤ ਨੂੰ ਕੰਮ ਦੇ ਨਾਲ ਜੋੜਦਾ, ਵੱਡਾ ਜੋਗ ਤਾਂ ਇਹੀ ਹੈ। ਸਿਰਫ ਅਧਾਰਮਿਕ ਵਰਦੀ ਪਾ ਕੇ, ਸਤਿਗੁਰੂ ਜਿਹਨੂੰ ਕਹਿੰਦੇ ਨੇ ਜੋਗ ਨਾ ਭਗਵੀਂ ਕੱਪੜੇ ਚਿੱਟੇ ਪਾ ਕੇ, ਭਗਵੇਂ ਕੱਪੜੇ ਪਾ ਕੇ ਜਾਂ ਮੈਲੇ ਜਿਹੇ ਵੇਸ ਪਾ ਕੇ ਜੋਗੀ ਨਹੀਂ ਬਣਿਆ ਜਾਂਦਾ। ਤੂੰ ਤਾਂ ਕੰਮਾਂ ਦੇ ਨਾਲ ਜੋਗੀ ਬਣਨਾ ਹੈ। ਨਾਨਕ ਘਰ ਬੈਠਿਆਂ ਜੋਗ ਪਾਈਐ, ਜੇ ਤੇਰੀ ਨੀਤ ਚੰਗੀ ਹੈ ਤਾਂ ਘਰੇ ਬੈਠਾ ਜੋਗੀ ਬਣ ਜਾਣਾ, ਨਹੀਂ ਤਾਂ ਘਰ ਤੋਂ ਬਾਹਰ ਤੁਰਿਆ ਫਿਰਦਾ ਵੀ ਤੇਰਾ ਧਿਆਨ ਲੋਕਾਂ ਦੇ ਘਰਾਂ ਵਿੱਚ ਹੀ ਹੈ, ਉਹ ਜੋਗੀ ਨਹੀਂ। ਅਤੇ ਇਹ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਉਪਦੇਸ਼ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਸਮਝਾਉਂਦੇ ਨੇ, ਭਾਈ ਜੋਗੀ ਕਿੱਦਾਂ ਬਣਨਾ ਹੈ। ਅਤੇ ਇਹ ਵੀ ਵੇਖਣਾ ਹੈ ਕਿ ਜਿਹੜੇ ਭਗਵੇਂ ਕੱਪੜੇ ਪਾ ਕੇ, ਲਿਬਾਸ ਪਾ ਕੇ ਬੈਠੇ ਨੇ, ਉਹ ਵੀ ਕਿਸੇ ਪ੍ਰਕਾਰ ਦੇ ਜੋਗੀ ਨਹੀਂ, ਕਿਉਂਕਿ ਉਹ ਤਾਂ ਆਪ ਘਰ ਛੱਡ ਕੇ ਭੱਜੇ ਹੋਏ ਨੇ। ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਘਰ ਬੈਠਿਆਂ ਜੋਗ ਪਾਈ ਹੈ, ਘਰੇ ਬਹਿ ਕੇ ਜੋਗ ਪਾ ਤੂੰ। ਉਹ ਘਰ ਛੱਡ ਕੇ ਭੱਜ ਗਏ। ਹੁਣ ਸਮਝਣਾ ਅਸੀਂ ਆ ਕਿ ਮੰਨਣਾ ਕਿਹਨੂੰ ਹੈ। ਜਿਹੜੇ ਘਰ-ਬਾਰ ਛੱਡ ਕੇ ਭੱਜ ਗਏ, ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ, ਉਹਨਾਂ ਨੂੰ ਜੋਗੀ ਕਹੀਏ, ਜਾਂ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ, ਆਪਣੀ ਜ਼ਿੰਮੇਵਾਰੀਆਂ ਸਮਝਦੇ ਨੇ, ਪਰਿਵਾਰ ਪਾਲ ਰਹੇ ਨੇ, ਆਪਣੇ ਪਰਿਵਾਰਾਂ ਦੀਆਂ ਹੱਕਾਂ ਦੇ ਲਈ ਜਿਹੜੇ ਅੱਜ ਦਿੱਲੀ ਦੀਆਂ ਬਰੂਹਾਂ ਵਿੱਚ ਬੈਠੇ ਨੇ, ਉਹ ਅਸਲ ਜੋਗੀ ਨੇ। ਸੰਤ ਉਹ ਨੇ, ਆਪਣੀ ਲੜਾਈ ਲੜ ਰਹੇ ਨੇ, ਸੱਚ ਦੀ ਲੜਾਈ ਲੜ ਰਹੇ। ਇਹੋ ਜਿਹੇ ਸੰਤ ਹੁੰਦੇ ਨੇ। ਲਿਬਾਸ ਨਾਲ ਥੋੜ੍ਹੀ ਬਣਿਆ ਜਾਂਦਾ। ਸਤਿਗੁਰੂ ਕਿਰਪਾ ਕਰਨ, ਬਾਣੀ ਦੇ ਨਾਲ ਜੁੜੀਏ, ਸਾਨੂੰ ਸਮਝ ਆ ਜਾਵੇ, ਗੁਰਬਾਣੀ ਦੇ ਚਾਨਣ ਦੇ ਵਿੱਚ ਅਸੀਂ ਸਮਝਣ ਦਾ ਯਤਨ ਕਰੀਏ। ਸੋ ਇਤਨੀਆਂ ਕੁ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ, ਬੋਲਦਿਆਂ ਪਾਸੋਂ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਜੀ ਬਖਸ਼ਣ ਯੋਗ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।